ਸਾਹਿਬਜ਼ਾਦਾ ਅਜੀਤ ਸਿੰਘ ਦੀ ਜ਼ਿੰਦਗੀ ਦੀ ਅੰਤਮ ਜੰਗ ਚਮਕੌਰ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਕਾ ਚਮਕੌਰ। ਚਮਕੌਰ ਸਾਕਾ ਨਹੀਂ ਹੈ। ਸਾਕਾ ਉਹ ਹੁੰਦਾ ਹੈ ਜਿਹਦੇ ਵਿੱਚ ਅੱਗੋਂ ਹਥਿਆਰਬੰਦ ਵਿਰੋਧ ਨਾ ਹੋਵੇ। ਨਨਕਾਣਾ ਸਾਹਿਬ ਸਿੱਖਾਂ ਦੀਆਂ ਸ਼ਾਂਤਮਈ ਸ਼ਹਾਦਤਾਂ ਸਾਕਾ ਨੇ। ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ, ਅੱਗੋਂ ਕੋਈ ਹਥਿਆਰਬੰਦ ਵਿਰੋਧ ਨਹੀਂ, ਉਹ ਸਾਕਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਾਕਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਕਾ ਹੈ। ਸਾਕਾ ਉਸ ਚੀਜ਼ ਨੂੰ ਕਿਹਾ ਜਾਂਦਾ ਜਿੱਥੇ ਕਤਲ, ਕਾਤਲ, ਮਕਤਲ ਤੇ ਮਕਤੂਲ ਫਾਰਸੀ ਦੇ 4 ਸ਼ਬਦ ਨੇ। ਕਤਲ ਕਰਨ ਦੀ ਕਿਰਿਆ, ਕਾਤਲ ਜਿਸ ਨੇ ਕਰਨਾ ਹੈ, ਮਕਤੂਲ ਜਿਸ ਦਾ ਕਰਨਾ ਹੈ, ਤੇ ਮਕਤਲ ਜਿਸ ਜਗ੍ਹਾ ਤੇ ਕਰਨਾ ਹੈ। ਇਹ 4 ਚੀਜ਼ਾਂ ਹੋਣ ਪਰ ਅੱਗੋਂ ਹਥਿਆਰਬੰਦ ਵਿਰੋਧ ਨਾ ਹੋਵੇ, ਉਸ ਨੂੰ ਸਾਕਾ ਕਿਹਾ ਜਾਂਦਾ ਹੈ। ਪਰ ਚਮਕੌਰ ਕੀ ਹੈ? ਗੁਰਦੇਵ ਪਾਤਸ਼ਾਹ ਖੁਦ ਕਹਿੰਦੇ ਨੇ, ਚੂ ਦੀਦਮ ਬਾ ਨਾਹਰ ਬਾ ਆਮਦ ਬਾ ਜੰਗ ਚਸ਼ੀਦੇ ਜੱਕੇ ਤੀਰ ਮਨ ਬੇਦਰੰਗ। ਚਮਕੌਰ ਜੰਗ ਹੈ। ਇਸ ਜੰਗ ਦੇ ਵਿੱਚ ਜਿਹੜੀ ਫੌਜ ਦੀ ਗਿਣਤੀ ਹੈ, ਗੁਰੂ ਪਾਤਸ਼ਾਹ ਨੇ ਇੰਨੀ ਵੱਡੀ ਲਿਖ ਦਿੱਤੀ ਹੈ ਨਾ, ਉਹ ਕਹਿੰਦੇ ਬਰੰਗੇ ਮਗਸ ਬੇਸ਼ੁਮਾਰ ਆਇਦਸ਼ ਮਿਆਂ ਤੇਗੋ ਤੀਰੋ ਤਫੰਗ ਆਇਦਸ਼। ਜਦੋਂ ਡੂਮਣੇ ਦੀਆਂ ਮਖਿਆਲ ਦੀਆਂ ਮੱਖੀਆਂ ਛਿੜਦੀਆਂ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਫੌਜ ਇੰਨੀ ਜ਼ਿਆਦਾ ਹੈ ਜਿਵੇਂ ਮੱਖੀਆਂ ਛਿੜੀਆਂ ਹੁੰਦੀਆਂ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਅੰਦਰ ਚਹਿਲ ਨਰ 40 ਆਦਮੀ ਗੁਰ ਸਿਨਾ ਕੇ ਕਾਰੇ ਕੁਨਦ ਚਹਿਲ ਨਰ ਬਦਲ ਅਕਬਰ ਆਵਤ ਬਰੋ ਬੇਖਬਰ ਭੁੱਖੇ ਪਿਆਸੇ 40 ਸਿੱਖ। ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਗੜੀ ਦੀ ਜਿਹੜੀ ਵਿਉਂਤਬੰਦੀ ਕੀਤੀ ਹੈ, ਇਹ 2 ਵਿਉਂਤਬੰਦੀਆਂ ਬੜੀਆਂ ਅਹਿਮ ਨੇ ਜੰਗ ਦੀਆਂ। ਇੱਕ ਭੰਗਾਣੀ ਦੀ ਜੰਗ, ਕਿਤੇ ਤੁਹਾਨੂੰ ਉਸ ਦੀ ਸਾਰੀ ਜਗਰਾਫੀ ਤੇ ਟੋਪੋਗ੍ਰਾਫੀ ਪੜ੍ਹਨ ਦਾ ਮੌਕਾ ਮਿਲੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਨੂੰ ਛੱਡ ਕੇ ਭੰਗਾਣੀ ਜੰਗ ਕਿਉਂ ਲੜੀ। ਇਸੇ ਤਰ੍ਹਾਂ ਜਿਹੜੀ ਚਮਕੌਰ ਦੀ ਗੜੀ ਦੀ ਜੰਗ ਹੈ, ਜਿਸ ਨੂੰ ਅਸੀਂ ਇਤਿਹਾਸ ਦੀ ਅਨਬੈਲੈਂਸਡ ਵਾਰ ਕਹਿੰਦੇ, ਅਸਾਮੀ ਜੰਗ ਕਹਿੰਦੇ ਆ, ਉਸ ਅਸਾਮੀ ਜੰਗ ਦੇ ਵਿੱਚ ਜਿਹੜੀ ਯੁੱਧ ਨੀਤੀ ਹੈ ਬੜੀ ਕਮਾਲ ਦੀ ਹੈ। 8 ਸਿੰਘ ਦੀਵਾਰ ਦੇ ਨਾਲ ਪਹਿਰੇ ਦੇ ਉੱਪਰ, ਭਾਈ ਮਦਨ ਸਿੰਘ ਤੇ ਕਾਠਾ ਸਿੰਘ ਦਰਵਾਜ਼ੇ ਦੇ ਉੱਪਰ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸ਼ੇਰ ਸਿੰਘ ਤੇ ਨਾਰ ਸਿੰਘ ਦਰਵਾਜ਼ੇ ਦੇ ਉੱਪਰ, 3 ਸਿੰਘ ਤਕੜਾਈ ਦੇ ਵਾਸਤੇ। ਇਹ ਬੜੀ ਇੱਕ ਅਹਿਮ ਗੱਲ ਹੈ, ਤਕੜਾਈ ਦੇ ਵਾਸਤੇ, ਜਿਨ੍ਹਾਂ ਨੇ ਹੱਲਾਸ਼ੇਰੀ ਦੇਣੀ ਹੁੰਦੀ ਹੈ। ਤੁਸੀਂ ਕੋਈ ਵੀ ਭਾਰਾ ਕੰਮ ਕਰਦੇ ਹੋ ਤਾਂ ਉਹਦੇ ਨਾਲ ਬੋਲਿਆ ਜਾਂਦਾ ਹੈ। ਜੰਗ ਦੇ ਵਿੱਚ ਵੀ ਵਾਰ ਕਰਾਈ ਹੁੰਦਾ ਹੈ, ਬੋਲਿਆ ਜਾਂਦਾ ਹੱਲਾਸ਼ੇਰੀ ਦੇਣ ਦੇ ਵਾਸਤੇ, ਜਿਹਦੇ ਨਾਲ ਤੁਹਾਡੇ ਮਨ ਦੇ ਜੋਸ਼ ਪੈਦਾ ਹੁੰਦਾ ਹੈ। 3 ਸਿੰਘ ਤਕੜਾਈ ਦੇ ਵਾਸਤੇ ਵਾਰ ਕਰਾਈ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ 2 ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ। ਰਾਤ ਦਾ ਵਕਤ, ਸਵੇਰੇ ਜੰਗ ਹੋਣੀ ਹੈ, ਸਾਰੇ ਸੁੱਤੇ ਪਏ ਨੇ। 2 ਸਿੰਘ ਜਿਹੜੇ ਮਦਨ ਸਿੰਘ ਤੇ ਕਾਠਾ ਸਿੰਘ, ਉਹ ਪਹਿਰਾ ਦੇ ਰਹੇ ਨੇ। ਬਾਕੀ ਸਿੰਘ ਜਿਹੜੇ ਨੇ ਸੁੱਤੇ ਕਿੱਥੇ ਨੇ, ਇਸ ਦਾ ਜ਼ਿਕਰ ਹਕੀਮ ਮਿਰਜ਼ਾ ਅਲਾਯਾਰ ਖਾਨ ਜੋਗੀ ਕਰਦੇ ਨੇ। ਕਹਿੰਦੇ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਬਿਛਾਕਰ, पहरा कुछ देने लगे तलवार उठाकर, गोबिंद भी शाबाश हुए खैमे में जाकर। जी पोश घोड़ियां ਦੀਆਂ ਕਾਠੀਆਂ ਦੇ ਕੱਪੜੇ, ਘੋੜਿਆਂ ਦੀਆਂ ਕਾਠੀਆਂ ਦੇ ਕੱਪੜੇ ਉਤਾਰੇ, ਵਿਛਾ ਕੇ ਉਹਦੇ ਉੱਪਰ ਜਿਹੜੇ ਸਿੰਘ ਸੀ ਉਹਨਾਂ ਨੇ ਆਰਾਮ ਕਰਨ ਦੇ ਵਾਸਤੇ ਲੇਟ ਗਏ। ਪਹਿਰਾ ਕੁਛ ਦੇਣੇ ਲੱਗੇ ਮਦਨ ਸਿੰਘ ਤੇ ਕਾਠਾ ਸਿੰਘ, ਤਲਵਾਰ ਉਠਾकर। 2 ਸਿੰਘ ਪਹਿਰੇ ਦੇ ਉੱਪਰ ਤੇ ਕਲਗੀਧਰ ਪਾਤਸ਼ਾਹ ਇੱਕ ਛੋਟਾ ਜਿਹਾ ਕੱਪੜਾ, ਜਿਹੜਾ ਕੋਠਾ ਹੈ ਜਿਸ ਨੂੰ ਬਾਲਾ ਬਾਮ ਸ਼ਬਦ ਲਿਖਿਆ, ਬੜਾ ਛੋਟਾ ਜਿਹਾ ਕੱਚਾ ਕੋਠਾ ਉਸ ਗੜੀ ਦੇ ਵਿੱਚ, ਉੱਥੇ ਗੁਰਦੇਵ ਪਾਤਸ਼ਾਹ ਗਏ ਨੇ। ਕੁਛ ਚਿਰ ਬੈਠੇ ਤੇ ਫਿਰ ਕੀ ਕਹਿੰਦੇ ਨੇ, ਪੜੇ ਹੋਏ ਹੈ ਖਾਲਸਾ ਜੀ ਆਜ ਜ਼ਮੀਨ ਪਰ, ਕੈਸੇ ਚੈਨ ਆਏ ਹਮੇ ਤਖਤੇ ਨਸ਼ੀਂ ਪਰ। ਮੇਰਾ ਖਾਲਸਾ ਜ਼ਮੀਨ ਤੇ ਪਿਆ ਹੈ, ਇਸ ਨੂੰ ਸਾਹਿਬਾਨ ਕਿਹਾ ਜਾਂਦਾ। ਅੰਦਰ ਕੋਈ ਤਖਤ ਨਹੀਂ ਸੀ ਜਿਸ ਦੇ ਉੱਪਰ ਗੁਰੂ ਸਾਹਿਬ ਬਰਾਜੇ ਸੀ। ਸਿੱਖਾਂ ਨੇ ਆਪਣੇ ਘੋੜਿਆਂ ਦੀਆਂ ਕਾਠੀਆਂ ਦੇ ਕੱਪੜੇ ਤੇ ਆਪਣੇ ਕਮਰ ਕੱਸੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਬੈਠਣ ਦੇ ਵਾਸਤੇ ਇੱਕ ਗਦੇਲਾ ਜਿਹਾ ਬਣਾ ਦਿੱਤਾ। ਇਸ ਨੂੰ ਫਾਰਸੀ 'ਚ ਸਾਹਿਬਾਨ ਕਿਹਾ ਜਾਂਦਾ ਔਰ ਇਹੀ ਸ਼ਬਦ ਸਾਡੇ ਸਰੋਤਾਂ 'ਚ ਮਿਲਦਾ। लेटे हुए हैं खालसा जी आज जमीन पर, कैसे चैन आए हमें तख्ते नशीं पर। मेरे सिख जमीन ते सुते ने, मैं इस गदेले के उपर किवें बैठ सकता। खैमे से निकल आए सरकार हवा में, कदमों से टहलते थे मगर दिल था दुआ में। चमकौर की गढ़ी के विहड़े दे विच आ गए ने ते घूमना शुरू कर दिता है। करतार से कहते थे गोया रूबरू होकर, कल जाऊंगा चमकौर से मैं सुरखरू होकर। आ पातशाह जिहड़े सिंह सुते पे ने, कल इन्हां ने शहादत प्राप्त कर देनी है। ते जिहड़ा रिश्ता ते प्यार है गुरु साहब दा सिखां दे नाल,
ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਆਪਣੇ ਸ਼ਬਦਾਂ 'ਚ, ਕਿਉਂਕਿ ਇਸਲਾਮ ਦੇ ਵਿੱਚ ਕਦਮਬੋਸੀ ਤੇ ਦਸਤਬੋਸੀ ਬੜੀ ਅਹਿਮ ਗੱਲ ਹੁੰਦੀ ਹੈ, ਬਹੁਤ ਪਿਆਰ ਸਤਿਕਾਰ ਵਾਲੀ ਗੱਲ ਹੁੰਦੀ ਹੈ, ਉਹ ਉਸ ਲਹਿਜੇ ਦੇ ਵਿੱਚ ਲਿਖਦਾ ਹੈ, ਕਹਿੰਦਾ ਹੈ ਕਿ ਪਾਇੰਤੀ ਆਏ ਤੋਂ ਕਦਮ ਚੂਮਨੇ ਬੈਠੇ, ਚੂਮਾ ਕਬੀ ਹਲਕੂਮ ਤੋਂ ਦਹਨ ਚੂਮਨੇ ਬੈਠੇ। ਹਰ ਸਿੱਖ ਦੇ ਕੋਲ ਜਾਂਦੇ ਨੇ ਤੇ ਉਹਦੇ ਚਿਹਰੇ ਨੂੰ ਚੁੰਮਦੇ ਨੇ, ਹਰ ਸਿੱਖ ਦੇ ਚਿਹਰੇ ਨੂੰ ਚੁੰਮਿਆ, ਹਰ ਸਿੱਖ ਦੇ ਨਾਲ ਪਿਆਰ ਕੀਤਾ, ਹਲਕੂਮ ਗਲੇ ਨੂੰ ਇੱਥੋਂ ਚੁੰਮਿਆ ਕਿ ਕੱਲ ਇਹਨਾਂ ਗਲਕੰਡੀਆਂ ਦੇ ਉੱਪਰ ਦੁਸ਼ਮਣ ਦੇ ਫੱਟ ਤੁਸੀਂ ਬਰਦਾਸ਼ਤ ਕਰਨੇ ਨੇ। ਸਾਰੇ ਸਿੰਘਾਂ ਨੂੰ ਪਿਆਰ ਕਰਨ ਤੋਂ ਬਾਅਦ ਵਾਪਸ ਫਿਰ ਉਧਰ ਆ ਰਹੇ ਨੇ, टहलते हुए गुरु जब खैमे के दर आए, साहिबजादे दोनों वहां सोते हुए पाए। उस दरवाजे के बाहर, अंदर नहीं, जिथे सिख ने उत्थे साहिबजादा अजीत सिंह ते साहिब जुझार सिंह भी ठंड दे विच बाहर सुते पे ने। दस्तारां ढिलियां हो चुकियां ने ते जिहड़े केस ने वो गल्लां दे उपर आए हुए ने। हुण जिन्ना प्यार बाकी सिखां नूं कीता है गुरुदेव पातशाह ने, उन्ना प्यार अपने बच्चों नूं कीता। कोई वंड नहीं, कोई वितकरा नहीं। टहलते हुए सरकार जब खेमे के दर आए, साहिबजादे दोने वहां सोते हुए पाए, सतगुर ने रुखे पाक से गेसू जो उठाए। गुरुदेव पातशाह ने साहिब अजीत सिंह का चेहरा चुम्मण दे वास्ते केसां नूं लांभे कीता है गल दे उपरों। अफलाक ने शर्मा के माहो मिहर छुपाए। ते इन्ना सुंदर लग रहा सी साहिब अजीत सिंह का चेहरा कि आसमान नूं शर्म आ गई ते उन्हें अपने चंद सितारे भी छुपा लए। सतगुर ने दहने पाक जब दहने पाक पर रखा। गुरु ने अपना पवित्र चेहरा अपने पुत्र के चेहरे नूं चुम्मण दे वास्ते उहदे चेहरे ते रखा। शर्मा के फिर फूल ने सर खाक पे रखा। इंज लगा कि दुनिया का हर फुल कमला गया होवे कि अज वो बाप उस पुत्र दे नाल आखिरी बार प्यार कर रहा है जिस पुत्र ने कल मैदाने जंग दे विच शहादत प्राप्त कर जानी है। सवेर का दिन चढ़िया, जंग शुरू हुई। मैं पहला भी बेनती की है, संगठित होके वधिया रूप दे विच अजी तक इतिहास की सिरजना नहीं कर सकते। मैं सोचता है कि ਜਿਹੜੀਆਂ ਸਾਡੀਆਂ कौम ਦੀਆਂ संस्थावां कोई संप्रदायां के नाम के उपर, कोई मिशनरियां के नाम के उपर जिन्ना लड़न के उपर जोर ला रहे हैं ना, तो जिन्ना इन्हां दे कोल माया ते पैसे के साधन ने, ये लड़ाई के नालों किते इकट्ठे होकर इतिहासकारां दा सर्च बोर्ड बना देण ते कौम की आने वाली पीढ़ी वास्ते इतिहास ते दे सकीए। लड़ाई दे विचों कौम नूं वंडिया जा सकता है, जिन्नी मर्जी वंडियां पा लईए, पर जेकर सचमुच कौम के प्रति साडी सुहिरदता है तो इन्हां दोहां ही धिरां नूं आपसी लड़ाई नूं छड्ड के इतिहास की खोज वाले पासे प्रमाणिक स्रोत जिहड़े ने उन्हां दी खोज करके एक प्रमाणिक इतिहास छापना पवेगा। मैं दावे नाल गल कह सकदा, अज तुसीं क्रिसचैनिटी की गल करनी होवे ना कि क्रिश्चन का इतिहास पढ़ना, एक किताब का नाम लैंदे ने हिस्टरी ऑफ क्रिसचैनिटी पढ़ लो। असीं ज्यूश की गल करनी होवे, असीं कहंदे साडी एक किताब आ यहूदियों के बारे पढ़ लो, 1400 पेज की किताब है। शख्सियतां दे बारे गल करनी होवे, हिटलर के बारे पढ़ना होवे तां नाज़ी कहणगे तुसीं मैन काइफ माई स्ट्रगल पढ़ लो। सिखां दे बारे कोई पूछे कि सिख इतिहास नूं पढ़ना है, कोई इतिहासकार एक किताब का नाम नहीं लैके दे सकता। एक भी किताब का, एक भी किताब का नाम लैके दस दिओ कि साडा आह स्रोत है तो इहदे विच आ सारियां गल्लां गुरमत अनुसारी ने, एक भी नहीं। साडे सामने समस्या आ जाती है। नौजवान कहते हैं जी किहड़ी किताब पढ़ीए, किताब का नाम भी दसना पैंदा, नाल ये भी कहना पैंदा इहदे च आ गल्लां गलत ने, ध्यान दे नाल पढ़िओ। ਉਹਦਾ ਕਾਰਨ ਕੀ ਹੈ ਕਿ ਇਤਿਹਾਸ ਅਸੀਂ ਸਿਰਜਿਆ ਨਹੀਂ, ਸਿਰਜਿਆ ਹੈ ਪਰ ਚਾਰ ਕਾਰਨਾਂ ਕਰਕੇ, ਸ਼ਰਾਰਤ, ਸ਼ਰਧਾ, ਅਣਭੋਲਾਪਨ ਤੇ ਸਾਡਾ ਸੰਗਠਿਤ ਨਾ ਹੋਣਾ, ਇਤਿਹਾਸ ਨੂੰ ਸੰਭਾਲਿਆ ਨਹੀਂ ਅਸੀਂ। ਅੱਜ ਵੀ ਮੈਂ ਪੰਜਾਬੀ ਦੀ ਕਹਾਵਤ ਹੈ ਕਿ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅੱਜ ਵੀ ਜੇ ਕਿਤੇ ਸਾਡੀਆਂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਵਿੱਚ ਸੁਹਿਰਦਤਾ ਹੋਵੇ, ਇਤਿਹਾਸ ਨੂੰ ਅੱਜ ਵੀ ਸੰਭਾਲਿਆ ਜਾ ਸਕਦਾ। ਸਾਡੇ ਕੋਲ ਸਰੋਤ ਨੇ, ਕੱਲੇ ਕੱਲੇ ਦਿਨ ਦਾ। ਕਿਤੇ ਇਸਲਾਮ ਦੀ ਇਤਿਹਾਸਕਾਰੀ ਵੇਖੋ, ਜਦੋਂ ਇਸਲਾਮ ਦੇ ਇਤਿਹਾਸਕਾਰੀ ਕਰਦੇ ਨੇ, ਮੈਂ ਉਹਨਾਂ ਦੀ ਪੁਰਾਤਨ ਤਵਾਰੀਖ ਨੂੰ ਪੜ੍ਹਦਾ ਤੇ ਉਹ ਟਾਈਮ ਦੇ ਨਾਲ ਚੱਲਦੇ ਨੇ ਕਿ ਇੰਨਾ ਕੁ ਸੂਰਜ ਚੜਿਆ, ਆਹ ਮਹੀਨਾ, ਆਹ ਘੜੀ, ਆਹ ਪਲ, ਇੰਨੀ ਹਿਜਰੀ, ਇਸ ਤਰ੍ਹਾਂ ਚੱਲਦੇ ਨੇ। ਸਾਡੀਆਂ ਜਨਮ ਸਾਖੀਆਂ ਦੇ ਵਿੱਚ ਤਰੀਕ ਹੀ ਹੈ ਨਹੀਂ। ਇਸੇ ਕਰਕੇ ਸਾਡੇ ਇਤਿਹਾਸ ਦੇ ਉੱਪਰ ਸ਼ੰਕੇ ਖੜੇ ਹੋ ਰਹੇ ਨੇ ਕਿ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਜਿਹੜਾ ਹੈ ਉਹ ਖਤਮ ਹੋ ਗਿਆ। ਖੈਰ, ਹੁਣ ਸਾਡੇ ਕੋਲ ਚਮਕੌਰ ਦੀ ਗੜੀ ਦੇ ਜੰਗ ਦੇ ਬਾਰੇ ਇੱਕ ਵੀ ਪ੍ਰਮਾਣਿਤ ਸਰੋਤ ਨਹੀਂ ਹੈਗਾ ਕਿ ਲੜਨ ਵਾਲੇ 40 ਸਿੰਘਾਂ ਦੇ ਨਾਮ ਕਿਹੜੇ ਕਿਹੜੇ ਸੀ।
ਕਿਸੇ ਸਰੋਤ ਦੇ ਵਿੱਚ ਕੋਈ 40 ਨਾਮ ਨੇ, ਬਿਲਕੁਲ 40 ਮੁਕਤਿਆਂ ਦੀ ਤਰ੍ਹਾਂ, ਜਿਤਨਾ ਇੱਥੋਂ ਦੀ ਘਟਨਾ ਹੈ ਮੁਕਤਸਰ ਸਾਹਿਬ ਦੀ। ਕਿਸੇ ਸਰੋਤ ਦੇ ਵਿੱਚ 40 ਨਾਂ ਹੋਰ ਨੇ, ਕਿਸੇ ਸਰੋਤ ਦੇ ਵਿੱਚ 40 ਨਾਂ ਹੋਰ ਨੇ, ਕਿਸੇ ਸਰੋਤ ਦੇ ਵਿੱਚ 40 ਨਾਂ ਹੋਰ ਨੇ। ਪਰ ਤੁਸੀਂ ਸਾਡੇ ਤੋਂ ਕਿਤੇ ਪਹਿਲਾਂ ਕਰਬਲਾ ਦੇ ਮੈਦਾਨ ਦੀ ਜੰਗ ਪੜ੍ਹੋ। ਇਸਲਾਮ ਦੇ ਜਿੰਨੇ ਸ਼ਹੀਦ ਉਸ ਜੰਗ ਦੇ ਵਿੱਚ ਹਜ਼ਰਤ ਹੁਸੈਨ ਦੇ ਬੇਟੇ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਨਾਲ ਹੋਏ ਨੇ, ਕੱਲੇ ਕੱਲੇ ਦਾ ਨਾਮ ਤੇ 3-3 ਪੀੜ੍ਹੀਆਂ ਦਾ ਨਾਮ ਉਹਨਾਂ ਨੇ ਇਤਿਹਾਸ ਦੇ ਵਿੱਚ ਖੋਜ ਕਰਕੇ ਲਿਖਿਆ। ਸਾਡਾ ਇਤਿਹਾਸਕ ਸਰੋਤ ਕੋਈ ਨਹੀਂ ਰਲਦਾ। ਇੱਥੋਂ ਤੱਕ ਕਿ ਸਾਡੇ ਕੋਲ ਇਹ ਵੀ ਜਾਣਕਾਰੀ ਨਹੀਂ ਹੈ ਕਿ ਪਹਿਲਾਂ ਕਿਹੜਾ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਗਿਆ, ਬਾਅਦ ਦੇ ਵਿੱਚ ਕਿਹੜਾ ਗਿਆ, ਉਸ ਤੋਂ ਬਾਅਦ ਚ ਕਿਹੜਾ ਗਿਆ, ਇਹ ਵੀ ਨਹੀਂ ਹੈਗਾ। ਪਰ ਫਿਰ ਵੀ ਮੰਨਿਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ, ਪ੍ਰਮਾਣਿਕ ਤੌਰ ਤੇ ਮੈਂ ਕੁਝ ਕਹਿ ਨਹੀਂ ਸਕਦਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਚੌਥੇ ਜਥੇ ਦੇ ਵਿੱਚ ਗਏ, ਮੈਦਾਨੇ ਜੰਗ ਦੇ ਵਿੱਚ ਗਏ। ਕਿਵੇਂ ਦੀ ਤਲਵਾਰਬਾਜ਼ੀ ਤੇ ਕਿਵੇਂ ਦੀ ਘੋੜਸਵਾਰੀ ਹੋਵੇਗੀ ਕਿ ਦੁਸ਼ਮਣ ਜੋ ਸਾਹਿਬਜ਼ਾਦਾ ਅਜੀਤ ਸਿੰਘ ਦੇ ਤਲਵਾਰ ਚੜਾਉਣ ਦੇ ਜ਼ੋਹਰ ਵੇਖ ਰਿਹਾ ਹੈ, ਉਹ ਪਤਾ ਕੀ ਕਹਿ ਰਿਹਾ, ਕਹਿੰਦਾ ਹੈ ਕਿ ਜਿਹੜਾ ਅਦੂ ਦੁਸ਼ਮਣ ਹੈ, ਬੋਲੇ ਅਦੂ ਜੇ ਬਰਕ ਹੈ ਤਲਵਾਰ ਨਹੀਂ ਹੈ। ਬਰਕ ਕਿਹਾ ਜਾਂਦਾ ਅਸਮਾਨੀ ਬਿਜਲੀ ਨੂੰ, ਕਿ ਸਾਹਿਬਜ਼ਾਦਾ ਅਜੀਤ ਸਿੰਘ ਜਿਹੜੀ ਤਲਵਾਰ ਚਲਾ ਰਿਹਾ ਨਾ, ਇਹ ਅਸਮਾਨੀ ਬਿਜਲੀ ਹੈ, ਇਹ ਤਲਵਾਰ ਨਹੀਂ ਲੱਗਦੀ। ਇਸ ਕਾਟ ਕਾ ਦੇਖਾ ਕभी ਹਥਿਆਰ ਨਹੀਂ ਹੈ। ਤੇ ਇਵੇਂ ਦਾ ਮੈਦਾਨੇ ਜੰਗ 'ਚ ਅਸੀਂ ਸ਼ਸਤਰ ਨਹੀਂ ਵੇਖਿਆ ਜਿਵੇਂ ਸਾਹਿਬ ਅਜੀਤ ਸਿੰਘ ਤੇਗ ਚਲਾ ਰਿਹਾ। ਕਹੇ ਅਦੂ ਜੇ ਬਰਕ ਹੈ ਤਲਵਾਰ ਨਹੀਂ ਹੈ, ਇਸ ਕਾਟ ਕਾ ਦੇਖਾ ਕੋਈ ਹਥਿਆਰ ਨਹੀਂ ਹੈ। ਫਿਰ ਅਗਲੀ ਗੱਲ ਉਹ ਬੜੀ ਅਹਿਮ ਕਰਦਾ, ਕਹਿੰਦਾ ਨੌ ਬਸਤ ਜਵਾਂ ਜੇ ਅਬੀ ਜ਼ਨਹਾਰ ਨਹੀਂ ਹੈ। ਇਹ ਨਾ ਸਮਝੋ ਕਿ ਇਹ ਕੋਈ ਅਣਜਾਣ ਬੰਦਾ ਮੈਦਾਨੇ ਜੰਗ ਦੇ ਵਿੱਚ ਲੜ ਰਿਹਾ, ਇਹ ਬਹੁਤ ਹੀ ਸਿੱਖਿਆ ਹੋਇਆ ਯੋਧਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਹੜਾ ਮੈਦਾਨੇ ਜੰਗ ਦੇ ਵਿੱਚ ਜੂਝ ਰਿਹਾ। ਫਿਰ ਉਹਦੇ ਘੋੜੇ ਦੀ ਗੱਲ ਕਰਦੇ ਨੇ। ਇਹ ਮੈਂ ਕਹਿੰਦਾ, ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਜੇ ਕਿਤੇ ਹਕੀਮ ਮਿਰਜ਼ਾ ਅਲਾਯਾਰ ਖਾਂ ਜੋਗੀ ਵੀ ਇਹਨਾਂ ਰਸਾਂ ਦੇ ਵਿੱਚ ਚਮਕੌਰ ਦੀ ਜੰਗ ਨੂੰ ਨਾ ਸਿਰਜਦੇ ਤਾਂ ਸਾਡੇ ਪ੍ਰਚਾਰਕਾਂ ਦੇ ਕੋਲ ਤਾਂ ਹੋਰ ਕੁਛ ਹੈ ਹੀ ਨਹੀਂ ਸੀ। ਇਹ ਤਾਂ ਉਹਨਾਂ ਮਰਸੀਏ ਦੇ ਰੂਪ ਦੇ ਵਿੱਚ ਇਤਿਹਾਸ ਦੀ ਚਾਹੇ ਕਲਪਨਾ ਦੇ ਵਿੱਚ ਬਾਅਦ ਚ ਹੋਏ ਨੇ, ਸਿਰਜਣਾ ਕੀਤੀ, ਪਰ ਸਾਡੇ ਸਾਹਮਣੇ ਇਤਿਹਾਸਕ ਪ੍ਰਮਾਣਾ ਵਰਗਾ ਰੂਪ ਜਿਹੜਾ ਸੀ ਇਤਿਹਾਸ ਦਾ ਪੈਦਾ ਕਰ ਦਿੱਤਾ। ਉਹ ਕਹਿੰਦੇ ਨੇ ਤਾਊਸ ਸੀ ਦੁਮ, ਤਾਊਸ ਮੋਰ ਨੂੰ ਕਿਹਾ ਜਾਂਦਾ ਹੈ ਕਿ ਘੋੜੇ ਦੀ ਜਿਹੜੀ ਪੂਛ ਹੈ ਮੋਰ ਵਰਗੀ ਸੀ। ਚਾਂਦ ਸੀ ਸੁਮ, ਚੰਦਰਮਾ ਵਰਗੇ ਘੋੜੇ ਦੇ ਸੁਮ, ਮਾਰ ਕੀ ਸੂਰਤ ਸੱਪ ਵਰਗੀ ਤੇਜੀ। ਫਿਰ ਅਗਲੀ ਗੱਲ ਉਹ ਕਰਦੇ ਨੇ, ਕਹਿੰਦੇ ਸ਼ੇਰ ਕਾ ਕਸ, ਸ਼ੇਰ ਵਰਗੀ ਪਗੜ, ਫੀਲ ਕਾ ਬਲ, ਹਾਥੀ, ਫੀਲ ਹਾਥੀ ਵਰਗਾ ਬਲ ਉਸ ਘੋੜੇ ਦੇ ਵਿੱਚ, ਸ਼ੇਰ ਵਰਗੀ ਪਕੜ, ਪਰਿਹਾਰ ਕੀ ਮੂਰਤ। ਫਿਰ ਅਗਲੀ ਗੱਲ ਕਰਦੇ, ਪਰ ਹੈ ਨਹੀਂ ਪਰ ਉੜਤਾ ਹੈ ਪਰਦਾਰ ਕੀ ਸੂਰਤ। ਪਰ ਪਰਿੰਦੇ ਨੂੰ ਕਿਹਾ ਜਾਂਦਾ ਕਿ ਬੇਸ਼ੱਕ ਘੋੜੇ ਨੂੰ ਖੰਭ ਨਹੀਂ ਲੱਗੇ, ਪਰ ਮੈਦਾਨੇ ਜੰਗ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਵਿਚਰ ਰਿਹਾ ਜਿਵੇਂ ਕੋਈ ਪਰਾਂ ਵਾਲਾ ਪਰਿੰਦਾ ਹੋਵੇ। ਸਾਹਿਬਜ਼ਾਦਾ ਅਜੀਤ ਸਿੰਘ ਨੇ ਮੈਦਾਨੇ ਜੰਗ ਦੇ ਵਿੱਚ ਫਿਰ ਅਗਲੀ ਗੱਲ ਆ ਜਾਂਦੀ ਹੈ, ਕਿਹੜੇ ਕਿਹੜੇ ਜਰਨੈਲਾਂ ਦੇ ਨਾਲ ਉਹਨਾਂ ਦੀ ਜੰਗ ਹੋਈ। ਇੱਕ ਨਾਮ ਸਾਡੇ ਸਾਹਮਣੇ ਨਹੀਂ ਆਉਂਦਾ, ਦੋ ਨਾਮ ਆਉਂਦੇ ਨੇ, ਅਨਵਰ ਖਾਨ ਤੇ ਦਿਲਾਵਰ ਖਾਨ। ਇਹ ਬੜੇ ਮਸ਼ਹੂਰ ਮਨਸਬਦਾਰ ਸੀ। ਸਾਹਿਬਜ਼ਾਦਾ ਅਜੀਤ ਸਿੰਘ ਦੇ ਹੱਥੋਂ ਹੋਰ ਕਿੰਨੇ ਦੁਸ਼ਮਣ ਮਾਰੇ ਗਏ ਇਹਦਾ ਜ਼ਿਕਰ ਨਹੀਂ, ਪਰ ਅਨਵਰ ਖਾਨ ਤੇ ਦਿਲਾਵਰ ਖਾਨ ਦਾ ਜ਼ਿਕਰ ਮਿਲਦਾ ਹੈ, ਕਿਉਂਕਿ ਜਦੋਂ ਵੱਡੇ ਜਰਨੈਲ ਦਾ ਮਾਰੇ ਜਾਣਾ ਫੌਜ ਦੇ ਵਾਸਤੇ ਉਹ ਕਾਊਂਟ ਕਰਦਾ, ਉਹ ਗਿਣਤੀ ਦੇ ਵਿੱਚ ਆਉਂਦਾ ਹੈ। ਸੋ ਇਤਿਹਾਸਕ ਪ੍ਰਮਾਣਾਂ ਦੇ ਵਿੱਚ ਇੰਨਾ ਮਿਲਦਾ ਹੈ ਕਿ ਮੁਗਲਿਆ ਫੌਜ ਦੇ ਦੋ ਵੱਡੇ ਜਿਹੜੇ ਮਨਸਬਦਾਰ ਸੀ, ਦਿਲਾਵਰ ਖਾਨ ਤੇ ਅਨਵਰ ਖਾਨ, ਸਾਹਿਬਜ਼ਾਦਾ ਅਜੀਤ ਸਿੰਘ ਦੇ ਹੱਥੋਂ ਮਾਰੇ ਗਏ। ਜਿਸ ਵੇਲੇ ਅਨਵਰ ਖਾਨ ਦੇ ਬਰਸ਼ੀ ਮਾਰੀ ਤੇ ਉਹਨੇ ਲੋਹੇ ਦੀ ਸੰਜੋਗ ਜਿਹੜੀ ਸੀ ਉਹ ਪਹਿਨੀ ਹੋਈ ਸੀ, ਜਦੋਂ ਵਾਪਸ ਕੱਢਣ ਲੱਗੇ ਤੇ ਬਰਸ਼ੀ ਦਾ ਫਲ ਜਿਹੜਾ ਸੀ ਉਹਦੀ ਛਾਤੀ 'ਚ ਰਹਿ ਗਿਆ। ਜਿਹੜਾ ਸਪੀਅਰ ਹੈਡ ਸੀ, ਕੋਲ ਡੰਡਾ ਰਹਿ ਗਿਆ, ਉਹ ਸੁੱਟ ਦਿੱਤਾ। ਹੁਣ ਹੱਥ ਦੇ ਵਿੱਚ ਤਲਵਾਰ ਹੈ। ਮੈਦਾਨੇ ਜੰਗ ਦੇ ਵਿੱਚ ਪੁਰਾਤਨ ਸਮਿਆਂ 'ਚ ਜੂਝਣ ਦੇ 3 ਪੈਟਰਨ ਹੁੰਦੇ ਸੀ। ਪਹਿਲਾ ਸੀ ਅਸਤਰ, ਉਸ ਤੋਂ ਬਾਅਦ ਅਸਤਰ ਸ਼ਸਤਰ ਤੇ ਉਸ ਤੋਂ ਬਾਅਦ ਸ਼ਸਤਰ। ਜੋਧਾ ਮੈਦਾਨੇ ਜੰਗ ਦੇ ਵਿੱਚ ਜੇ ਕੋਈ ਚੰਗਾ ਤੀਰ ਅੰਦਾਜ਼ ਹੈ, ਜਿਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਸੀ, ਤੇ ਉਹ ਦੂਰੋਂ ਜਦੋਂ ਤੀਰਾਂ ਦੀ ਵਰਤੋਂ ਕਰਦਾ ਹੈ, ਤੀਰ ਖਤਮ ਹੋ ਜਾਣ ਤੇ ਫਿਰ ਨੇਜੇ ਦੀ ਵਰਤੋਂ ਕੀਤੀ ਜਾਂਦੀ ਹੈ। ਨੇਜਾ ਅਸਤਰ ਤੇ ਸ਼ਸਤਰ ਦੇ ਵਿੱਚ ਆਉਂਦਾ ਹੈ। ਤੇ ਜਦੋਂ ਉਹ ਵੀ ਨਾ ਰਵੇ ਫਿਰ ਤੀਸਰਾ ਹੁੰਦਾ ਹੈ ਸ਼ਸਤਰ, ਜਿਹੜਾ ਹੱਥ 'ਚੋਂ ਛੱਡਿਆ ਨਹੀਂ ਜਾ ਸਕਦਾ, ਸ੍ਰੀ ਸਾਹਿਬ ਤੇ ਕਿਰਪਾਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਤੇਗ ਦੇ ਨਾਲ ਲੜਨਾ ਸ਼ੁਰੂ ਕੀਤਾ। ਇਤਨੇ ਮੇ ਖਦੰਗ ਆ ਕੇ ਲਗਾ ਹਾਏ ਜ਼ਿਕਰ ਮੇ। ਇਹ ਸਾਡੇ ਕੋਲ ਕੇਵਲ ਇੱਕੋ ਸਰੋਤ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੇ ਉੱਪਰ ਪਹਿਲਾ ਵਾਰ ਕਿਸ ਨੇ ਕੀਤਾ, ਜਿਸ ਦੇ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਜ਼ਖਮੀ ਹੋ ਕੇ ਮੈਦਾਨੇ ਜੰਗ ਦੇ ਵਿੱਚ ਡਿੱਗ ਪਏ। ਸੈਯਦ ਜਲਾਲੁਦੀਨ ਨਾਮ ਤੁਸੀਂ ਸੁਣਿਆ ਹੋਵੇਗਾ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਵਿੱਚ
ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਤੇ ਉਸ ਵੇਲੇ ਜਿਹੜਾ ਸ਼ਾਹੀ ਕਾਜ਼ੀ ਸੀ ਅਬਦੁਲ ਵਹਾਬ, ਕੁਝ ਸਰੋਤਾਂ ਦੇ ਵਿੱਚ ਵਹਾਬੁਦੀਨ ਨਾਮ ਵੀ ਆਉਂਦਾ, ਤੇ ਉਹਨੇ ਜਿਸ ਜ਼ਲਾਦ ਨੂੰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਵਾਸਤੇ ਫਰਮਾਨ ਜਾਰੀ ਕੀਤਾ ਸੀ ਉਹ ਜਲਾਲੁਦੀਨ ਸੀ, ਸੈਯਦ ਜਲਾਲੁਦੀਨ। ਇਹ ਜਿਹੜੇ ਇਸਲਾਮ ਦੀ ਪਰੰਪਰਾ ਹੈ ਇਹਦੇ ਵਿੱਚ ਜਲਾਦ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਆਮ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੇ, ਇੱਕ ਜਿਹੜੇ ਧਾਰਮਿਕ ਵਿਅਕਤੀਆਂ ਨੂੰ ਸਜ਼ਾ ਦਿੰਦੇ ਨੇ ਉਹ ਸੈਯਦ ਪਰਿਵਾਰ ਦੇ ਵਿੱਚੋਂ ਹੁੰਦੇ ਨੇ। ਕਿਉਂਕਿ ਸੈਯਦ ਪਰਿਵਾਰ ਵਿੱਚ ਯਕੀਨ ਕਰਦੇ ਨੇ ਕਿ ਅਸੀਂ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਿਮਾ ਦੇ ਪਰਿਵਾਰ ਦੇ ਵਿੱਚੋਂ, ਤੇ ਜਦੋਂ ਕਿਸੇ ਧਾਰਮਿਕ ਵਿਅਕਤੀ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਧਾਰਮਿਕ ਵਿਅਕਤੀ ਨੂੰ ਪੁੱਛਿਆ ਜਾਂਦਾ ਹੈ ਕਿ ਦੀਨ-ਏ ਇਸਲਾਮ 'ਚ ਆ ਜਾਵੇਂ ਤੇ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ, ਤੇ ਕਿਸੇ ਬੰਦੇ ਨੂੰ ਦੀਨ-ਏ ਇਸਲਾਮ ਦੇ ਵਿੱਚ ਲਿਆਉਣ ਦਾ ਅਧਿਕਾਰ ਸੈਯਦ ਦੇ ਕੋਲ ਹੈ। ਆਮ ਜਲਾਦ ਕਿਸੇ ਬੰਦੇ ਨੂੰ ਆਪਣੇ ਧਰਮ 'ਚ ਨਹੀਂ ਲਿਆ ਸਕਦਾ। ਸੋ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਯਦ ਜਲਾਲੁਦੀਨ ਸੀ। ਗੁਰੂ ਸਾਹਿਬ ਦੇ ਛੋਟੇ ਫਰਜ਼ੰਦਾਂ ਨੂੰ ਸ਼ਹੀਦ ਕਰਨ ਵਾਲੇ ਉਹ ਵੀ ਸੈਯਦ ਪਰਿਵਾਰ ਦੇ ਵਿੱਚੋਂ ਸੀ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਸੇ ਜਲਾਲੁਦੀਨ ਦੇ ਭਤੀਜੇ ਸੀ। ਇਸੇ ਤਰ੍ਹਾਂ ਸੈਯਦ ਅਮੀਨ ਖਾਨ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਇਹ ਜਿਹੜੇ ਸੈਯਦ ਪਰਿਵਾਰ ਸੀ ਇਹਨਾਂ ਦੇ ਵਿੱਚੋਂ ਜਲਾਦ ਹੁੰਦੇ ਸੀ, ਕਿਉਂਕਿ ਇਹ ਕਿਸੇ ਵਿਅਕਤੀ ਨੂੰ ਜੇਕਰ ਉਹ ਬੰਦਾ ਡਰ ਕੇ ਦੀਨ-ਏ ਇਸਲਾਮ 'ਚ ਆਉਣਾ ਚਾਹਵੇ ਤਾਂ ਇਹ ਕਲਮਾ ਪੜ੍ਹ ਕੇ ਉਸਨੂੰ ਦੀਨ-ਏ ਇਸਲਾਮ 'ਚ ਲਿਆਉਣ ਦੀ ਜਿਹੜੀ ਹੈ ਇਹ ਹੱਕ ਰੱਖਦੇ ਸੀ। ਤੇ ਪੰਜਾਬ ਦੇ ਵਿੱਚ ਇੱਕ ਪਿੰਡ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਜਿਸ ਤਰ੍ਹਾਂ ਅੱਜ ਕਿਸੇ ਨੂੰ ਜੈਡ ਸਿਕਿਉਰਿਟੀ ਮਿਲੀ ਹੁੰਦੀ ਹੈ ਨਾ, ਸ਼ਹਿਰ ਦੇ ਵਿੱਚ ਇੱਕ ਅੱਧਾ ਬੰਦਾ ਹੁੰਦਾ। ਮੇਰੇ ਖਿਆਲ ਦੇ ਨਾਲ ਕਈ ਸ਼ਹਿਰਾਂ ਦੇ ਵਿੱਚ ਸ਼ਾਇਦ ਪੰਜਾਬ 'ਚ ਗਿਣਤੀ ਦੇ ਬੰਦੇ ਹੋਣਗੇ। ਉਹਨਾਂ ਸਮਿਆਂ ਦੇ ਵਿੱਚ ਨਿੱਜੀ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਤੇ ਪਾਲਕੀ ਰੱਖਣ ਦਾ ਅਧਿਕਾਰ ਇਵੇਂ ਸੀ ਜਿਵੇਂ ਅੱਜ ਦੀ ਜੈਡ ਸਿਕਿਉਰਿਟੀ ਹੈ। ਤੇ ਪੰਜਾਬ ਦਾ ਇੱਕ ਪਿੰਡ ਸੀ ਜਿੱਥੇ 21 ਲੋਕਾਂ ਨੂੰ ਪਾਲਕੀ ਰੱਖਣ ਦਾ ਤੇ ਨਿੱਜੀ ਅੰਗ ਰੱਖਿਅਕ ਰੱਖਣ ਦਾ ਅਧਿਕਾਰ ਸੀ। ਉਹ ਸੀ ਸਮਾਣਾ, ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ। ਸਮਾਣਾ ਸੈਯਦ ਪਠਾਣਾ ਦਾ ਸ਼ਹਿਰ ਸੀ ਤੇ ਜਿੰਨੇ ਵੀ ਇਹ ਜ਼ਿਆਦਾਤਰ ਜਲਾਦ ਨੇ ਇਹ ਸਮਾਣੇ ਦੇ ਰਹਿਣ ਵਾਲੇ ਸੀ। ਇੱਥੋਂ ਤੱਕ ਕਿ ਸ਼ਾਹੀ ਕਾਜ਼ੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਔਰੰਗਜ਼ੇਬ ਦੀ ਲਿਖੀ ਮੁਕੱਦਸ ਕੁਰਾਨ ਸ਼ਰੀਫ ਲੈ ਕੇ ਗਿਆ ਸੀ, ਸੈਯਦ ਵਲੀ ਹਸਨ, ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਸੈਯਦ ਜਲਾਲੁਦੀਨ ਸਮਾਣੇ ਦਾ ਰਹਿਣ ਵਾਲਾ ਸੀ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਰਹਿਣ ਵਾਲੇ ਸੀ। ਸੋ ਇਤਿਹਾਸਕ ਸਰੋਤਾਂ 'ਚ ਜ਼ਿਕਰ ਹੁੰਦਾ ਕਿ ਇਸ ਸੈਯਦ ਜਲਾਲੁਦੀਨ ਦਾ ਪੁੱਤਰਾ ਉਹ ਇਸ ਚਮਕੌਰ ਦੀ ਜੰਗ ਦੇ ਵਿੱਚ ਸੀ। ਉਸ ਨੇ ਦੂਰੋਂ ਵਾਰ ਕੀਤਾ ਜਿਹੜਾ ਤੀਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਲੱਗਾ, ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗੇ। ਉਸ ਤੋਂ ਬਾਅਦ ਇੱਕ ਦੌੜ ਸੀ ਕਿ ਕਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਦਾ ਸਿਹਰਾ ਆਪਣੇ ਸਿਰ ਲੈਂਦਾ। ਹਰ ਦੁਸ਼ਮਣ ਨੇ ਵੱਧ ਤੋਂ ਵੱਧ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਇਤਿਹਾਸ ਦੇ ਤੌਰ ਤੇ ਲਿਖਤੀ ਪ੍ਰਮਾਣ ਸਾਡੇ ਕੋਲ ਕੋਈ ਨਹੀਂ। ਤੇ ਸਰਦਾਰ ਕੁਲਵੰਤ ਸਿੰਘ ਬੀਏ ਕੌਮ ਦੇ ਬੜੇ ਮਸ਼ਹੂਰ ਢਾਡੀ ਹੋਏ ਨੇ, ਉਹਨਾਂ ਨੇ ਇੱਕ ਸਰੋਤ ਦੇ ਆਧਾਰ ਦੇ ਉੱਪਰ ਕਿਹਾ ਸੀ, ਉਹ ਸਰੋਤ ਮੇਰੇ ਕੋਲ ਨਹੀਂ ਹੈ, ਪਰ ਉਹਨਾਂ ਨੇ ਬੜੀ ਪ੍ਰਮਾਣਿਕਤਾ ਦੇ ਨਾਲ ਗੱਲ ਕੀਤੀ ਸੀ। ਕਿਤੇ ਸਰੋਤ ਮਿਲ ਗਿਆ ਜ਼ਰੂਰ ਸੰਗਤ ਦੇ ਨਾਲ ਸਾਂਝਾ ਕਰੂੰਗਾ। ਉਹਨਾਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਰਾਣਾ ਸੰਗਰਾਮ ਸਿੰਘ, ਜਿਸ ਨੂੰ ਰਾਣਾ ਸਾਂਘਾ ਕਿਹਾ ਜਾਂਦਾ ਹੈ, ਉਸ ਦੇ ਬਾਰੇ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਮੈਦਾਨੇ ਜੰਗ ਦੇ ਵਿੱਚ ਜਿਸ ਵੇਲੇ ਉਸ ਦਾ ਅੰਤ ਹੋਇਆ ਤੇ ਉਸਦੇ ਜਿਸਮ ਦੇ ਉੱਪਰ 82 ਫੱਟ ਲੱਗੇ ਸੀ, ਤੇ ਸਾਹਿਬਜ਼ਾਦਾ ਅਜੀਤ ਸਿੰਘ ਜਿਸ ਵੇਲੇ ਸ਼ਹੀਦ ਹੁੰਦੇ ਨੇ ਉਹਨਾਂ ਦੇ ਜਿਸਮ ਦੇ ਉੱਪਰ 300 ਤੋਂ ਵੱਧ ਫੱਟ ਸਨ। ਸੋ ਸਾਹਿਬਜ਼ਾਦਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਿਨ੍ਹਾਂ ਦੀ ਸ਼ਹਾਦਤ ਚਮਕੌਰ ਦੇ ਵਿੱਚ ਹੋਈ, ਤੇ ਉਸ ਸ਼ਹਾਦਤ ਨੇ ਚਮਕੌਰ ਨੂੰ ਉਹ ਮੁਕੱਦਸ ਅਸਥਾਨ ਦੇ ਦਿੱਤਾ ਕਿ ਹਕੀਮ ਮਿਰਜ਼ਾ ਅਲਾ ਯਾਰ ਖਾਨ ਜੋਗੀ ਨੂੰ ਆਪਣੀ ਰਚਨਾ ਦੇ ਵਿੱਚ ਲਿਖਣਾ ਪੈ ਗਿਆ, ਬਸ एक हिंद में तीर्थ है यात्रा के लिए, कटाए बाप ने बेटे जहाँ खुदा के लिए, मेहर की चमक है तेरे ज़र्रों में है चमकौर, जहाँ से फरिश्ते बन के गए आसमां के लिए, दिलाई कौम को सरबाजियों से सरदारी, बराए कौम जे रुतबे लहू बहा के लिए, अपील करता हूँ हज करो जहाँ आकर, इस्तदा करता हूँ सिंहों की करबला के लिए। इस्लाम दे विच करबला दा मैदान बड़ा मुकद्दस स्थान गिनिया जाता, जिस स्थान के उपर हजरत मुहम्मद साहब के दोहतरे हजरत हुसैन ते उसके छोटे पुत्र अली अल असकर ते अली अल अकबर की शहादत हुई। सिखां दे विच उन्हां ने सरहंद का दर्जा करबला दे नाल दिता है, भावें क्यों कहते हैं कि सरहंद का दर्जा बड़ा उच्चा है, पर एक गल मैं आखिर दे विच फिर बेनती करा, मैं बख्यान दे विच कीती भी है। अज सीरिया दे विच, अज मुसलमान देशों के विच ਜਿਹੜਾ ਸ਼ੀਆ ਔਰ ਸੁन्नी ਦੇ ਆਪਸੀ ਟਕਰਾਅ ਦੇ ਵਿੱਚੋਂ ਕਤਲੋ ਗਾਰਤ ਤੁਸੀਂ ਵੇਖ ਰਹੇ ਹੋ ਨਾ, ਇਹ ਕਰਬਲਾ ਦੇ ਵਿੱਚ ਸ਼ੁਰੂ ਹੋ ਗਈ ਸੀ ਜਦੋਂ ਇਸਲਾਮ ਦੋ ਹਿੱਸਿਆਂ 'ਚ ਵੰਡਿਆ ਗਿਆ।
ਤੇ ਜੇਕਰ ਅਸੀਂ ਵੀ ਆਪੋ ਆਪਣੇ ਧੜੇ ਤੇ ਜਿੱਦਾਂ ਛੱਡ ਕੇ ਆਪਣੇ ਇਤਿਹਾਸ ਨੂੰ ਸਹੀ ਰੂਪ ਦੇ ਵਿੱਚ ਵਾਚਣ ਦੀ, ਪੜਚੋਲਣ ਦੀ, ਸੰਭਾਲਣ ਦੀ, ਸਰੋਤ ਔਰ ਸਥਾਨਾਂ ਦੇ ਉੱਪਰ ਇਹਨਾਂ ਨੂੰ ਸੰਭਾਲ ਕੇ ਇਹਨਾਂ ਦੀ ਅਹਿਮੀਅਤ ਨੂੰ ਨਾ ਸਮਝਿਆ ਤਾਂ ਸਾਡਾ ਵੀ ਭਵਿੱਖ ਕਿਤੇ ਉਹਨਾਂ ਵਰਗਾ ਨਾ ਹੋ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।